ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਕੋਰੋਨਾ ਵਾਇਰਸ ਕਾਰਨ ਲਗਾਤਾਰ ਪੋਜ਼ਿਟਿਵ ਕੇਸ ਆ ਰਹੇ ਨੇ ਪਟਿਆਲਾ ਜ਼ਿਲ੍ਹੇ ਦੇ ਵਿੱਚ। ਜਿੱਥੇ ਇੱਕੋ ਦਿਨ 18 ਕੇਸ ਆਏ ਤਾਂ ਉਧਰ ਜਲੰਧਰ ਦੇ ਵਿੱਚ ਵੀ 9 ਕੇਸ ਨਵੇਂ ਆ ਚੁੱਕੇ ਨੇ ਅਤੇ ਉਧਰ ਪੰਜਾਬ ਦੇ ਲੋਕ ਔਖਿਆਈ ਮਹਿਸੂਸ ਕਰ ਰਹੇ ਨੇ। ਘਰਾਂ ਦੇ ਵਿੱਚ ਬੰਦ ਨੇ, ਕੰਮਕਾਰ ਬੰਦ ਨੇ ਤੇ ਦੂਜਾ ਜਿਹੜੀ ਰਾਸ਼ਨ ਦੀ ਸਪਲਾਈ ਹੈ ਜਾਂ ਹੋਰ ਜ਼ਰੂਰਤ ਦਾ ਸਮਾਨ ਹੈ ਉਹ ਵੀ ਸਰਕਾਰ ਦੇ ਵੱਲੋਂ ਨਹੀਂ ਪਹੁੰਚ ਰਿਹਾ ਹੇਠਲੇ ਲੈਵਲ ਤੇ। ਇਸੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਚੀਫ ਐਡੀਟਰ ਰਾਜਦੀਪ ਬੈਨੀਪਾਲ ਮੌਜੂਦ ਨੇ। ਰਾਜਦੀਪ ਜੀ, ਜਿਸ ਤਰੀਕੇ ਦੀਆਂ ਹੇਠਲੇ ਪੱਧਰ ਤੋਂ ਸ਼ਿਕਾਇਤਾਂ ਆ ਰਹੀਆਂ ਨੇ, ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਰਾਸ਼ਨ ਨਹੀਂ ਪਹੁੰਚ ਰਿਹਾ ਜਾਂ ਪੀਪੀ ਕਿਟਸ ਜ਼ਿਲ੍ਹੇ ਵਾਲੇ ਕਹਿ ਰਹੇ ਨੇ ਕਿ ਨਹੀਂ ਪਹੁੰਚ ਰਹੀਆਂ, ਕੀ ਕਾਰਨ ਸਾਹਮਣੇ ਆ ਰਿਹਾ? ਰਣਵੀਰ ਦੇਖੋ, ਇੱਕ ਬਿਲਕੁਲ ਅਟਲ ਸੱਚ ਹੈਗਾ ਜੀ। ਮੈਂ ਇੱਕ ਗੱਲ ਮੰਨਦਾ ਵੀ ਸਾਡੇ ਸੂਬੇ ਦੇ ਵਿੱਚ ਜਾਂ ਸਾਡੇ ਦੇਸ਼ 'ਚ ਵੀ ਕਹਿ ਸਕਦੇ ਹਾਂ ਵੀ ਅਸੀਂ ਸੂਬੇ ਦੀ ਆਪਣੇ ਦੀ ਗੱਲ ਕਰਦੇ ਹਾਂ, ਸੇਵਾ ਦੇ ਵਿੱਚ ਸਿਆਸਤ ਹੋਈ ਹੈ। ਮੈਂ ਇਹ ਗੱਲ ਮੰਨਦਾ ਕਿਉਂਕਿ ਜਿਹੜਾ ਇਹ ਦੌਰ ਸੀ ਨਾ, ਇਹ ਸੇਵਾ ਦਾ ਦੌਰ ਸੀਗਾ ਜੀ। ਇਹਦੇ ਵਿੱਚ ਮਤਲਬ ਕੋਈ ਕਾਣੀਵੰਡ ਨਹੀਂ ਕਿਸੇ ਨਾਲ ਹੋਣੀ ਚਾਹੀਦੀ ਸੀਗੀ। ਜੀ। ਦੇਖੋ, ਪੰਜਾਬ ਦੇ ਵਿੱਚ 10 ਲੱਖ ਕਿੱਟ ਆਈ ਹੈ ਕੇਂਦਰ ਸਰਕਾਰ ਵੱਲੋਂ ਤੇ ਆਪਾਂ ਹਰੇਕ ਹਲਕੇ ਨਾਲ ਲਾ ਲਈਏ ਤਕਰੀਬਨ 8500 ਕਿੱਟ ਹਰ ਹਲਕੇ ਦੀ ਬਣਦੀ ਹੈ ਜੀ। ਪਰ ਉਹ 8500 ਕਿੱਟ ਹਰ ਹਲਕੇ ਨੂੰ ਨਹੀਂ ਮਿਲੀ ਹੈਗੀ। ਜੀ। ਕਿਤੇ ਵੱਧ ਬਹੁਤ ਜ਼ਿਆਦਾ ਚਲੇ ਗਈਆਂ, ਕਿਤੇ ਬਹੁਤ ਘੱਟ ਚਲੇ ਗਈਆਂ। ਉਹਦਾ ਕਾਰਨ ਇਹ ਹੈ ਵੀ ਆਪਾਂ ਕਹਿ ਲਈਏ ਜਿਹੜੇ ਰਾਜਨੀਤਿਕ ਬੰਦੇ ਬਾਹੂਬਲੀ ਕਹਿ ਸਕਦੇ ਆ ਪੰਜਾਬ ਦੇ ਤੁਸੀਂ, ਉਹ ਆਪਣੇ ਜ਼ੋਰ ਨਾਲ ਵੱਧ ਲੈ ਕੇ ਇਹਦੇ ਵਿੱਚ ਰਾਜਨੀਤੀ ਭਾਰੂ ਹੋ ਗਈ ਹੈ। ਆਮ ਜਨਤਾ ਦੇ ਨਾਲ ਆ, ਦੇਖੋ ਭੋਜਨ ਦਾ ਹੱਕ ਪਹਿਲ ਦਾ ਹੱਕ ਆ ਜੀ। ਉਹ 'ਚ ਮੈਂ ਸੋਚਦਾ ਵੀ ਗਰੀਬ ਲੋਕਾਂ ਦੇ ਨਾਲ ਉਹ ਕਾਣੀ ਵੰਡ ਹੋਈ ਹੈਗੀ ਆ ਜੀ। ਆਪਣੇ ਹੱਕ ਤੋਂ ਵਾਂਝੇ ਰਹਿ ਗਏ ਲੋਕ ਜੀ। ਉਹਦਾ ਕਾਰਨ ਸੀ ਸਾਡੇ ਘਟੀਆ ਸਾਡੀ ਯੋਜਨਾਬੰਦੀ ਜੀ। ਠੀਕ ਹੈ, ਸਾਡੇ ਘਟੀਆ ਪ੍ਰਬੰਧ। ਮੈਂ ਇਹ ਗੱਲ ਮੰਨਦਾ ਕਿ ਉਹਨਾਂ ਦਾ ਕੋਈ ਮਤਲਬ ਰਿਕਾਰਡ ਹੀ ਨਹੀਂ ਹੈ ਵੀ ਕਿੱਥੇ ਕੀ ਚਲੇ ਗਿਆ, ਕਿੱਥੇ ਨਹੀਂ ਗਿਆ। ਜਿਹਦਾ ਜੋ ਦਾ ਲੱਗਿਆ ਉਹ ਲੁੱਟ ਕੇ ਲੈ ਗਿਆ। ਮੈਂ ਤਾਂ ਇਹ ਗੱਲ, ਕਿਸੇ ਨੂੰ 2-2 ਵਾਰ ਵੀ ਮਿਲ ਗਿਆ ਹੋਣਾ ਤੇ ਕਿਸੇ ਨੂੰ 1 ਵਾਰ ਵੀ ਨਹੀਂ ਮਿਲਿਆ, ਇਸ ਤਰ੍ਹਾਂ ਦੀ ਵੀ ਸਿਚੁਏਸ਼ਨ ਹੈਗੀ ਹੈ। ਇਹ ਦੇਖੋ, ਇਹ ਆਗੂ ਤੇ ਡਿਪੈਂਡ ਕਰਦਾ ਸੀ, ਲੀਡਰ ਕਹਿ ਜਾ ਹਲਕੇ ਦਾ ਜੀ। ਜਿਹਦੀ ਜ਼ੋਰ ਸੀਗਾ ਉਹ ਲੈ ਗਿਆ, ਜਿਹਦਾ ਜ਼ੋਰ ਨਹੀਂ ਸੀਗਾ ਉਹ ਰਹਿ ਗਿਆ, ਬਸ ਇਹੀ ਹੋਇਆ। ਇਹ ਵੀ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਸਰਕਾਰ ਆਪਣੇ ਨੁਮਾਇੰਦੇ ਦੇ ਰਾਹੀਂ ਵੰਡਵਾਉਣਾ ਚਾਹੁੰਦੀ ਹੈ। ਕੋਈ ਕੌਂਸਲਰ ਜੇਕਰ ਕਾਂਗਰਸ ਪਾਰਟੀ ਨਾਲ ਸੰਬੰਧਿਤ ਹੈ ਉਹ ਵੰਡ ਰਿਹਾ, ਚਾਹੇ ਉਹ ਹਾਰਿਆ ਹੋਇਆ ਆਗੂ ਹੈ ਉਹਦੇ ਥਰੂ ਵੰਡਿਆ ਜਾ ਰਿਹਾ। ਮਤਲਬ ਜਿਹੜੇ ਦੂਜੀਆਂ ਪਾਰਟੀਆਂ ਨਾਲ ਥੋੜਾ ਇਸ ਤਰ੍ਹਾਂ ਦਾ ਪੱਖਪਾਤ ਦਾ ਰਵੱਈਆ ਵੀ ਸਾਹਮਣੇ ਆ ਰਿਹਾ। ਇਹ ਪੱਖਪਾਤ ਤਾਂ ਹੋਇਆ ਹੀ ਹੈ ਜੀ। ਦੇਖੋ, ਇਹਦਾ ਸਿਆਸੀਕਰਨ ਕਰਤਾ, ਇਹ ਸੇਵਾ ਸੀਗੀ ਇੱਕ ਤਰ੍ਹਾਂ ਦੀ। ਠੀਕ ਹੈ, ਇਹਦੇ ਵਿੱਚ ਮਤਲਬ ਇਹਦਾ ਸਿਆਸੀਕਰਨ ਕਿਉਂ ਕੀਤਾ ਗਿਆ? ਇਹੀ ਤਾਂ ਸਾਡੀ ਬੌਧਿਕਤਾ ਤੁਸੀਂ ਕਹਿ ਲਓ, ਲੋਕਾਂ ਦਾ ਜਾਂ ਵਿਅਕਤੀਗਤ ਜ਼ਿੰਮੇਵਾਰੀਆਂ ਸੀਗੀਆਂ ਤੁਸੀਂ ਕਹਿ ਲਓ, ਜਾਂ ਕਮਜ਼ੋਰ ਮਾਨਸਿਕਤਾ ਤੁਸੀਂ ਕਹਿ ਲਓ। ਇਹ ਸਾਰੀ ਚੀਜ਼ਾਂ ਅਸੀਂ ਕਹਿ ਸਕਦੇ ਹੈਗੇ ਹਾਂ। ਹਰ ਕਿਸੇ ਨੇ ਇਹਦੀ ਲਾਹੇਬੰਦੀ ਲਈ। ਇਸ ਅਲਾਮਤ ਜਿਹੜੀ ਭੈੜੀ ਬਿਮਾਰੀ ਹੈ, ਜੋ ਇਹਦਾ ਏਡਾ ਬੜਾ ਅਸਰ ਹੋ ਰਿਹਾ ਲੋਕਾਂ ਦੇ, ਸਾਡੇ ਸਮਾਜ ਦੇ ਉੱਪਰ, ਹਰ ਕਿਸੇ ਨੇ ਸਿਆਸੀ ਲਾਹੇਬੰਦੀ ਲੈਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਦੇਖੋ, ਕੇਂਦਰ ਤੋਂ ਕਣਕ ਆਈ ਹੈ, ਇੱਥੋਂ ਕੈਪਟਨ ਸਾਹਿਬ ਨੇ ਆਪਣੀਆਂ ਫੋਟੋਆਂ ਲਾ ਲਈਆਂ, ਕਿਤੇ ਮੋਦੀ ਸਾਹਿਬ ਨੇ ਆਪਣੀਆਂ ਲਾ ਲਈਆਂ। ਇਹ ਦੇਖੋ, ਇਹਦਾ ਮਤਲਬ ਮਕਸਦ ਕੀ ਹੈ? ਆਪਾਂ ਗੱਲ ਸੋਚੀ, ਮਕਸਦ ਕੀ ਸੀ? ਮਕਸਦ ਸੀਗਾ ਵੋਟ ਬੈਂਕ ਤੋਂ ਵੱਧ ਵੋਟ ਬੈਂਕ ਦਾ ਫਾਇਦਾ ਲੈਣਾ। ਮਤਲਬ ਇਸ ਤਰ੍ਹਾਂ ਦੀ ਸਿਆਸਤ ਬਿਲਕੁਲ ਨਹੀਂ ਹੋਣੀ ਚਾਹੀਦੀ ਸੀਗੀ। ਰੋਜ਼ ਹਾਈ ਕੋਰਟ ਇਸ ਤਰ੍ਹਾਂ ਟਿੱਪਣੀਆਂ ਕਰਦੀ ਹੈ। ਹਾਈ ਕੋਰਟ ਨੂੰ ਇਸ ਸੰਬੰਧ ਵਿੱਚ ਵੀ ਟਿੱਪਣੀ ਕਰਨੀ ਚਾਹੀਦੀ ਸੀ, ਜਾਂ ਸੁਪਰੀਮ ਕੋਰਟ ਨੂੰ, ਸਾਡੇ ਦੇਸ਼ ਦੀ ਨੂੰ, ਵੀ ਇਹਦੇ ਵਿੱਚ ਵੀ ਸਿਆਸੀਕਰਨ ਨਹੀਂ ਹੋਣਾ ਚਾਹੀਦਾ ਹੈਗਾ। ਦੇਖੋ, ਤੁਸੀਂ ਗਰੀਬਾਂ ਦਾ ਥੱਕ ਮਾਰ ਰਹੇ ਹੋ ਤੁਸੀਂ ਆਪਣੀ ਰਾਜਨੀਤੀ ਲਈ, ਰਾਜਨੀਤਿਕ ਰੋਟੀ ਸੇਕਣ ਲਈ। ਤੁਸੀਂ ਗਰੀਬਾਂ ਦਾ ਹੱਕ ਕਿਉਂ ਮਾਰਦੇ ਪਏ ਹੋ? ਕਿਉਂ ਉਹਨਾਂ ਨਾਲ ਕਾਣੀਵੰਡ ਕਰਦੇ? ਭੋਜਨ ਤਾਂ ਦੇ ਦਿਓ ਉਹਨਾਂ ਨੂੰ ਯਾਰ। ਬਿਲਕੁਲ, ਵੋਟਾਂ ਜਿੱਥੇ ਮਰਜ਼ੀ ਪਾਈਆਂ ਹੁਣ, ਬਿਨਾਂ ਭੇਦਭਾਵ ਤੋਂ ਜਿਹੜਾ ਰਾਸ਼ਨ ਆ ਉਹ ਪਹੁੰਚਣਾ ਚਾਹੀਦਾ ਸੀ। ਮੈਨੂੰ ਲੱਗਦਾ ਕੋਈ ਲਿਸਟ ਵੀ ਜਾਰੀ ਹੋਣੀ ਚਾਹੀਦੀ ਹੈ ਕਿ ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਅਸੀਂ ਮੁਹੱਈਆ ਕਰਵਾਇਆ। ਇੱਕ ਤਾਂ ਉਹਦੇ ਨਾਲ ਇਹ ਹੋ ਜਾਂਦਾ ਹੈ ਕਿ ਉਹ ਲੋਕ ਕਹਿਣਗੇ ਹਾਂ ਸਾਡੇ ਕੋਲੇ ਪਹੁੰਚਿਆ ਜਾਂ ਨਹੀਂ ਪਹੁੰਚਿਆ। ਜੋ ਲਿਸਟਾਂ ਦਾ ਦੇਖੋ, ਮੈਂ ਤੁਹਾਨੂੰ ਦੱਸਿਆ ਨਾ, ਕਿਤੇ ਵੱਧ ਚਲੇ, ਕਿਤੇ ਘੱਟ ਚਲੇ, ਜਿੱਥੇ ਗਿਆ ਉਸ ਸਰਕਾਰੀ ਤੌਰ ਤੇ ਗਿਆ, ਲਿਸਟਾਂ ਚੱਲ ਬਣ ਜਾਣਗੀਆਂ। ਗੱਲ ਲਿਸਟਾਂ ਦੀ ਬਣਦੀ ਨਹੀਂ ਹੈ, ਗੱਲ ਤਾਂ ਰੋਟੀ ਖਾਣ ਨਾਲ ਭੁੱਖ ਮਿਟਣੀ ਹੈ। ਜਿਹਨਾਂ ਨੂੰ ਨਹੀਂ ਮਿਲਿਆ ਉਹ ਲਿਸਟਾਂ ਬਣਾ ਕੇ ਅਸੀਂ ਕੀ ਕਰਾਂਗੇ? ਜਿਹਨਾਂ ਨੂੰ ਨਹੀਂ ਮਿਲਿਆ ਹੈਗਾ ਉਹਨਾਂ ਨੂੰ ਤਾਂ ਰਾਸ਼ਨ ਪਹੁੰਚਣਾ ਚਾਹੀਦਾ ਸੀ ਨਾ। ਗੱਲ ਲਿਸਟਾਂ ਦੀ ਨਹੀਂ, ਗੱਲ ਤਾਂ ਇਹ ਕਿ ਜਿਹੜਾ ਇਸ ਤਰ੍ਹਾਂ ਦੇ ਵੰਡ 'ਚ ਭੇਦਭਾਵ ਨਹੀਂ ਹੋਣਾ ਚਾਹੀਦਾ ਸੀ। ਇਹਦੀ ਯੋਜਨਾਬੰਦੀ ਸੀਗੀ ਉਹ ਬਹੁਤ ਵਧੀਆ ਹੋਣੀ ਚਾਹੀਦੀ ਸੀ। ਅਸੀਂ ਆਪਣੇ ਨਾਗਰਿਕਾਂ ਦਾ ਕਿੰਨਾ ਕੁ ਖਿਆਲ ਰੱਖ ਰਹੇ ਹਾਂ? ਖਬਰ ਜਿਹੜੀ ਸਾਡੇ ਸਾਹਮਣੇ ਆ ਰਹੀ ਹੈ ਕਿ 12 ਸਾਲ ਦੀ ਇੱਕ ਬੱਚੀ ਮਤਲਬ ਪੈਦਲ ਤੁਰਦੀ ਉਹਦੀ ਡੈਥ ਹੋ ਗਈ, ਆਪਣੇ ਘਰ ਨਹੀਂ ਪਹੁੰਚ ਸਕੀ। ਹੋਰ ਅਸੀਂ ਹਜ਼ਾਰਾਂ ਲੋਕਾਂ ਨੂੰ ਦੇਖ ਰਹੇ ਹਾਂ ਹਰ ਰੋਜ਼, ਜਿਹੜੇ ਮਾਈਗ੍ਰੈਂਟ ਲੇਬਰ ਹੈਗੀ ਹੈ ਇੱਕ ਰਾਜ ਤੋਂ ਦੂਜੀ ਰਾਜ 'ਚ, ਮਤਲਬ ਪ੍ਰਬੰਧ ਨਹੀਂ ਸਹੀ ਕੀਤੇ ਗਏ ਉਹਨਾਂ ਦੇ ਜਾਣ ਲਈ, ਅਤੇ ਜਿਹੜੇ ਵੱਡੇ ਲੈਵਲ ਦੇ VIP ਨੇ ਉਹਨਾਂ ਨੂੰ ਪਾਸ ਜਾਰੀ ਕੀਤੇ ਜਾ ਰਹੇ। ਦੇਖੋ, ਗਰੀਬ ਦੀ ਤਾਂ ਕੋਈ ਸੁਣਨੇ ਵਾਲਾ ਹੈ ਨਹੀਂ। ਗਰੀਬ ਤਾਂ ਸਿਰਫ ਵੋਟਾਂ ਪਾਉਣ ਜੋਗਾ ਹੈਗਾ ਜੀ। ਵੋਟਾਂ ਪਾ ਕੇ ਇਹਨਾਂ ਨੂੰ ਤਾਜੋ ਤਖਤ ਮਿਲ ਜਾਂਦਾ ਜੀ। ਉਹ ਗਰੀਬ ਇਹਨਾਂ ਨੂੰ ਥਾਲੀ 'ਚ ਪਰੋਸ ਕੇ ਦੇ ਦਿੰਦਾ। ਹੁਣ ਦੇਖੋ, ਜਿੱਥੇ ਇੱਥੇ ਵੀ ਕਾਣੀ ਵੰਡ ਹੋਈ ਹੈ। ਹੁਣ ਦੇਖੋ, ਕੋਟਾ ਤੋਂ ਯੂਪੀ ਦੇ ਸਰਕਾਰ ਨੇ ਬੱਸ ਭੇਜੀ ਕੋਟਾ ਜਿਹੜੇ ਸਟੂਡੈਂਟ ਸੀ ਉਹਨਾਂ ਵਾਸਤੇ, ਤੇ ਦਿੱਲੀ ਤੋਂ ਯੂਪੀ ਦੇ ਬਾਰਡਰ ਦੇ ਉੱਪਰ ਜਦ ਮਜ਼ਦੂਰ ਲੋਕ ਜਾ ਰਹੇ ਸੀਗੇ, ਉੱਥੇ ਡੰਡੇ ਬਰਸਾਏ ਗਏ, ਉਹਨਾਂ ਤੋਂ ਭਜਾ ਦਿੱਤਾ ਗਿਆ, ਬਾਰਡਰ ਸੀਲ ਕਰ ਦਿੱਤਾ ਗਿਆ, ਯੂਪੀ ਦਾ ਬਾਰਡਰ ਹੈ। ਠੀਕ ਹੈ,
ਸੂਬੇਦਾਰ ਪਰਿਵਾਰ ਸੀਗੇ ਸਾਰੇ ਜੀ ਉਹ। ਜੀ ਦੇਖੋ ਬਿਹਾਰ ਦੇ ਮੁੱਖ ਮੰਤਰੀ ਨੇ ਉਹਦਾ ਐਮਐਲਏ ਦਾ ਬੇਟਾ ਵੀ ਕੋਟਾ ਪੜ੍ਹਦਾ ਸੀਗਾ, ਜੀ ਉਹਨੂੰ ਸਪੈਸ਼ਲ ਪਾਸ ਬਣਾ ਕੇ ਦਿੱਤਾ ਗਿਆ, ਉਹ ਬਿਹਾਰ ਤੋਂ ਕੋਟਾ ਗਿਆ ਆਪਣੇ ਮੁੰਡੇ ਨੂੰ ਲੈਣ ਵਾਸਤੇ। ਜੀ ਜਿਹੜੇ ਆਪ ਵਿਚਾਰੇ ਲੋਕ ਸੜਕਾਂ 'ਤੇ ਤੁਰੇ ਜਾਂਦੇ ਨੇ, ਕੋਈ ਲੋਕ ਦੇਖੋ ਕੋਈ ਵੈਸਟ ਬੰਗਾਲ ਤੋਂ ਕੋਈ ਬਿਹਾਰ ਜਾ ਰਿਹਾ ਜੀ ਪਟਰੀਆਂ ਦੇ ਕੰਢੇ ਕੰਢੇ। ਸਾਡੇ ਪੰਜਾਬ 'ਚ ਮੈਂ ਅੱਜ ਬੰਦੇ ਦੇਖੇ, 15 ਬੰਦੇ ਸਾਈਕਲਾਂ ਤੇ ਜਾ ਰਹੇ, ਕਿੱਥੇ ਜਾ ਰਹੇ ਹੋ? ਅਸੀਂ ਆਪਣੇ ਦੇਸ਼ ਪਿੰਡ ਜਾ ਰਹੇ ਹਾਂ ਵਾਪਸ। ਜੀ ਤੇ ਇੱਕ ਬੰਦੇ ਦੇਖੋ ਪਟਿਆਲੇ ਤੋਂ ਸਾਡੇ ਪੰਜਾਬੀ ਬਠਿੰਡੇ ਪਹੁੰਚ ਕੇ ਤੁਰਦੇ ਰੇਲਵੇ ਫਾਟਕ ਦੇ ਕੰਢੇ ਕੰਢੇ। ਮਤਲਬ ਜੇ ਤੁਸੀਂ ਲੋਕਡਾਊਨ ਕੀਤਾ ਹੈਗਾ ਤਾਂ ਤੁਸੀਂ 5 ਦਿਨ 6 ਦਿਨ ਲੇਟ ਹੋਰ ਕਰ ਲੈਂਦੇ, ਤੁਸੀਂ ਕੋਈ ਪਲੈਨਿੰਗ ਕਰ ਲੈਂਦੇ। ਤੁਸੀਂ ਤਾਂ ਐ ਆ ਕੇ ਰਾਤ ਨੂੰ 8 ਵਜੇ ਅਨਾਉਂਸ ਕਰ ਦਿੰਦੇ ਹੋ। ਜਿਹੜਾ ਗਰੀਬ ਬੰਦਾ ਹੈਗਾ, ਨਾ ਤਾਂ ਇਹਨਾਂ ਕੋਲ ਦੇਖੋ, ਨਾ ਤਾਂ ਇਹਨਾਂ ਕੋਲ ਭੋਜਨ ਦੇ ਪ੍ਰਬੰਧ ਹੈ ਜੀ, ਨਾ ਇਹਨਾਂ ਕੋਲ ਰਹਿਣ ਦਾ ਪ੍ਰਬੰਧ ਹੈ, ਤੇ ਕਿੱਥੇ ਜਾਣ ਵਿਚਾਰੇ? ਲੱਗਦਾ ਨਹੀਂ ਤੁਹਾਨੂੰ ਕਿ ਜੇ ਉਹਨਾਂ ਨੂੰ ਤੁਹਾਨੂੰ ਖਤਰਾ ਹੈ ਕਿ ਇੱਕ ਥਾਂ ਤੋਂ ਦੂਜੀ ਥਾਂ ਜਾਣ ਨਾਲ ਖਤਰਾ, ਉਹਨਾਂ ਨੂੰ ਕੁਆਰੰਟੀਨ ਕੀਤਾ ਜਾ ਸਕਦਾ 14 ਦਿਨਾਂ ਵਾਸਤੇ, ਆਪਣੀ ਦੇਖ ਰੇਖ ਹੇਠ ਰੱਖ ਲਓ, ਉਹਦੇ ਬਾਅਦ ਉਹਨਾਂ ਨੂੰ ਘਰ ਸਭ ਕੁਝ ਛੱਡੋ ਯਾਰ। ਇੱਕ ਬੰਦਾ ਮਾਨਸਿਕ ਤੌਰ ਤੇ ਮਜ਼ਬੂਤ ਹੋ ਜਾਂਦਾ ਆਪਣੇ ਘਰੇ ਜਾ ਕੇ। ਤੁਸੀਂ ਵੀ ਫੈਸਲਾ ਲੈਣ ਲੱਗੇ ਹੋ ਦੇਸ਼ ਨੂੰ ਬੰਦ ਕਰਨ ਦਾ, ਤੁਸੀਂ ਇਸ ਚੀਜ਼ ਦਾ ਸੰਵਾਦ ਕਿਉਂ ਨਹੀਂ ਕੀਤਾ ਲੋਕਾਂ ਦੇ ਨਾਲ? ਜੀ ਦੇਖੋ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਹੋਇਆ ਜੀ, ਠੀਕ ਹੈ, ਤੁਸੀਂ ਫੈਸਲੇ ਆਪਣੇ ਹਿਸਾਬ ਨਾਲ ਨਹੀਂ ਲੈ ਸਕਦੇ, ਤੁਹਾਨੂੰ ਲੋਕਾਂ ਦਾ ਪੱਖ ਸੋਚ ਕੇ ਲੈਣੇ ਪੈਣੇ ਆ। ਤੁਸੀਂ ਹਫ਼ਤਾ ਇੱਕ ਲੇਟ ਕਰ ਲੈਂਦੇ। ਤੁਸੀਂ ਸੋਚਦੇ ਇੰਨਾ ਲੋਕ ਫਸਿਆ ਬੈਠਾ। ਹੁਣ ਦੇਖੋ ਲੋਕ ਮਜ਼ਦੂਰ ਵਿੱਚ ਤੁਰੇ ਜਾ ਰਹੇ ਨੇ। ਕੁੜੀ ਦੀ ਗੱਲ ਸੀਗੀ ਜਿਹੜੀ ਇਹ ਸੀਗੀ, ਇਹ ਤੇਲੰਗਾਨਾ ਤੋਂ ਬੀਜਾਪੁਰ ਜਾ ਰਹੀ ਸੀ, ਕਰਨਾਟਕ, 12 ਸਾਲ ਦੀ ਲੜਕੀ ਸੀਗੀ। ਆਪਣੇ ਪਿੰਡ ਤੋਂ 14 ਕਿਲੋਮੀਟਰ ਉਰੇ ਜਾ ਕੇ ਉਹ ਦਮ ਤੋੜ ਗਈ ਵਿਚਾਰੀ, ਕਿਉਂਕਿ ਪਾਣੀ ਤੇ ਭੁੱਖ ਦੇ ਕਾਰਨ। ਉਹ ਕਿੱਡਾ ਵੱਡਾ ਮਤਲਬ ਇਹ ਮੁੱਦਾ ਹੈਗਾ, ਤੇ ਸਾਡੇ ਕਿਸੇ ਵੀ ਨੈਸ਼ਨਲ ਮੀਡੀਆ ਨੇ ਚੱਕਿਆ ਨਹੀਂ ਹੈਗਾ ਜੀ। ਸਾਡਾ ਤਾਂ ਅਸੀਂ ਤਾਂ ਮੀਡੀਆ 'ਚ ਇਹੀ ਦਿਖਾ ਰਹੇ ਹਾਂ ਵੀ ਮੋਦੀ ਨੰਬਰ 1, ਮੋਦੀ ਨੰਬਰ 1, ਅਸੀਂ ਇਹੀ ਦਿਖਾ ਰਹੇ ਹੈਗੇ ਹਾਂ। ਅਸੀਂ ਇਹ ਨਹੀਂ ਦਿਖਾ ਰਹੇ ਵੀ ਗਰੀਬ ਬੰਦਾ ਕਿੱਦਾਂ ਮਰ ਰਿਹਾ। ਤੁਹਾਨੂੰ ਯਾਦ ਹੋਣਾ 2015 ਦਾ ਇੱਕ ਸੀਗਾ ਆਪਣੇ ਸੀਰੀਅਨ ਲੜਕਾ ਸੀ, ਯਾਦ ਹੋਣਾ ਤੁਹਾਨੂੰ ਰਣਵੀਰ, ਉਹ ਆਇਲੈਂਡ ਦਾ ਨਾਮ ਸੀਗਾ। ਦੇਖੋ ਉਹ ਆਪਣੇ ਸੀਰੀਆ ਤੋਂ ਗ੍ਰੀਸ ਜਾ ਰਿਹਾ ਸੀਗਾ, ਬਾਰਡਰ ਤੇ ਉਹ ਡੁੱਬ ਕੇ ਮਰ ਗਿਆ, 3 ਸਾਲ ਦਾ ਬੱਚਾ। ਉਹ ਵਰਲਡ ਦੇ ਵਿੱਚ ਫੋਟੋ, ਉਹ ਦੇਖੋ ਉਹ ਫੋਟੋ ਟਵੀਟ ਕੀਤੀ ਗਈ, ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵ ਕਰਨ ਵਾਲੀ ਫੋਟੋ ਅੱਜ ਤੱਕ ਮੰਨੀ ਗਈ ਹੈ। ਉਹਦੀ ਫੋਟੋ ਦੀ ਮੌਤ ਦਾ ਦੁੱਖ ਦੇਖ ਕੇ ਉਹ ਇੰਨਾ ਪ੍ਰਭਾਵ ਹੋਇਆ ਗ੍ਰੀਸ ਦੇ ਪ੍ਰਧਾਨ ਮੰਤਰੀ ਨੇ, ਉਹਨੇ ਜਿੰਨੇ ਰਿਫਿਊਜੀ ਆਏ ਸਾਰੇ ਆਪਣੇ ਦੇਸ਼ ਐਕਸੈਪਟ ਕਰ ਲਏ। ਠੀਕ ਹੈ ਵੀ ਇਹ ਤਾਂ ਬਹੁਤ ਵੱਡੀ ਸਾਡੇ ਤੋਂ ਪਾਪ ਹੋ ਗਿਆ ਹੈ, ਇੱਕ 3 ਸਾਲ ਦਾ ਬੱਚਾ ਇਦਾਂ ਮਰਿਆ ਹੈਗਾ। ਪਰ ਇੱਥੇ ਤਾਂ ਅਜਾਈ ਮੌਤਾਂ ਰੋਜ਼ ਹੋ ਰਹੀਆਂ ਨੇ। ਤੁਸੀਂ ਦੇਖੋ ਪੂਰੇ ਗ੍ਰੀਸ ਨੇ ਆਪਣਾ ਸਿਸਟਮ ਖੋਲਤਾ ਸੀ, ਯੂਰਪ ਨੇ, ਵੀ ਆਓ ਰਿਫਿਊਜੀ ਇੱਥੇ ਅਸੀਂ ਇਹਨਾਂ ਨੂੰ ਐਂਟਰੀ ਦੇ ਰਹੇ ਹੈਗੇ। ਵੀ ਉਹ ਸਰਕਾਰਾਂ ਨੇ ਜਿਹੜੀਆਂ ਲੋਕਾਂ ਦੀ ਇਨਸਾਨੀਅਤ ਹੈ, ਜਿਨ੍ਹਾਂ ਦੇ ਵਿੱਚ ਜਿਹੜੇ ਇਨਸਾਨੀ ਪੱਖ ਤੋਂ ਸੋਚਦੀਆਂ ਨੇ, ਜਿਨ੍ਹਾਂ ਦੇ ਜਜ਼ਬਾ, ਜਿਹਨੇ ਭਾਵਨਾਵਾਂ ਨੇ ਜ਼ਿੰਦਗੀ ਦੀਆਂ, ਹਰ ਇੱਕ ਇਨਸਾਨ ਦੀ ਬਰਾਬਰ ਦੀ ਭਾਵਨਾਵਾਂ ਰੱਖਦੀਆਂ ਹੈਗੀਆਂ। ਪੂਰਾ ਯੂਰਪ ਖੋਲ ਦਿੱਤਾ ਗਿਆ ਸੀਗਾ ਇੱਕ ਬੱਚੇ ਪਿੱਛੇ। ਦੇਖ ਲਓ ਸਾਡੇ ਇੱਥੇ ਕਿਸੇ ਮੀਡੀਆ ਨੇ ਦਿਖਾਇਆ ਵੀ ਨਹੀਂ, ਬੱਚੀ ਮਰ ਗਈ 12 ਸਾਲ ਦੀ। ਕਿਉਂਕਿ ਇਹ ਤਾਂ ਕਹਾਣੀ ਵੰਡੇ ਆ, ਕੋਈ ਵਿਚਾਰਾ ਕਿਵੇਂ ਤੁਰਿਆ ਜਾ ਰਿਹਾ, ਕਿਵੇਂ ਜਾ ਰਿਹਾ। ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਪ੍ਰਬੰਧ ਪ੍ਰੋਪਰ ਕੀਤੇ ਜਾਣੇ ਚਾਹੀਦੇ ਸੀਗੇ। ਤੁਸੀਂ ਰਾਤ ਨੂੰ 8 ਵਜੇ ਆਰਡਰ ਕਰਤਾ, ਲੋਕਡਾਊਨ ਆ, ਜਿੱਥੇ ਫਸੀ ਰਹਿ ਗਿਆ ਵਿਚਾਰਾ। ਉਹ ਟਰੱਕਾਂ ਵਾਲੇ ਕਿੱਥੇ ਫਸੇ ਹੋਏ ਨੇ, ਕੋਈ ਕਿੱਥੇ ਫਸਿਆ ਹੋਇਆ। ਜੀ 1 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ, ਕੋਈ ਕਿਤੇ ਰਾਤਾਂ ਕੱਟ ਰਿਹਾ, ਕੋਈ ਕਿਤੇ ਰਾਤਾਂ ਕੱਟ ਰਿਹਾ ਆਪਣੇ ਘਰਾਂ। ਬੱਚੀ ਦੇਖੋ ਮਰ ਗਈ ਹੈ ਬੱਚੀ। ਹੁਣ ਦੇਖੋ ਦੇਸ਼ ਦੇ ਵਿੱਚ ਕਿਸੇ ਨੂੰ ਕੋਈ ਇਨਸਾਨੀਅਤ ਨਹੀਂ ਹੈ, ਕਿਸੇ ਦਾ ਕੋਈ ਇਨਸਾਨੀਅਤ ਦਾ ਕੋਈ, ਦੇਖੋ ਲੋਕਾਂ 'ਚ ਇਨਸਾਨੀਅਤ ਮੈਂ ਸੋਚਦਾ ਮਰ ਚੁੱਕੀ ਹੈ ਲੋਕਾਂ 'ਚ, ਕੋਈ ਬੋਲੇ ਹੀ ਨਹੀਂ। ਵੱਡੀ ਰਾਜਦੀਪ ਜੀ, ਇੱਕ ਵੱਡੀ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਆਰਬੀਆਈ ਤੋਂ ਜਿਹੜੀ ਕਰਜ਼ ਦੀ ਸੀਮਾ ਹੈ ਉਹ ਸਰਕਾਰ ਲਗਾਤਾਰ ਵਧਾ ਰਹੀ ਹੈ, 2 ਲੱਖ ਕਰੋੜ ਤੱਕ ਕਰ ਦਿੱਤੀ ਹੈ। ਇਹਦੇ ਬਾਰੇ ਕੀ ਖਬਰ ਸਾਹਮਣੇ ਆ ਰਹੀ ਹੈ ਕਿ ਕਿਉਂ ਇੰਨੀ ਸੀਮਾ ਜਿਹੜੀ ਵਧਾਈ ਜਾ ਰਹੀ? ਦੇਖੋ ਇੱਕ ਸਰਪਲਸ ਫੰਡ ਹੁੰਦਾ ਹੈ, ਉਹ ਸਰਕਾਰ ਆਰਬੀਆਈ ਤੋਂ ਲੈਂਦੀ ਰਹਿੰਦੀ ਹੈ, ਸਾਲ ਦਾ 40,000 ਕਰੋੜ, 50,000 ਕਰੋੜ। ਤੇ ਜਿਹੜੀ ਇਹ ਅਸੀਂ ਜਿਹੜੀ ਆਰਬੀਆਈ ਤੋਂ ਕਰਜ਼ ਲੈਣ ਦੀ ਸੀਮਾ ਸੀਗੀ, ਉਹ 2014 ਤੱਕ 65,000 ਕਰੋੜ ਸਰਕਾਰ ਲੈ ਸਕਦੀ ਸੀਗੀ ਜੀ, ਰਿਜ਼ਰਵ ਫੰਡ ਦੇ ਵਿੱਚੋਂ ਸਰਕਾਰ ਲੈ ਸਕਦੀ ਸੀ, ਰਿਜ਼ਰਵ ਫੰਡ ਦੇ ਵਿੱਚ। ਪਰ ਦੇਖੋ ਤੁਸੀਂ ਇਹਦੇ 'ਚ ਇੱਕੋਦਮ ਚੇਂਜ ਆਈ ਜੀ। 1/4 ਨੂੰ ਇਹਦੀ ਸੀਮਾ ਵਧਾ ਕੇ 1 ਲੱਖ ਕਰੋੜ ਕਰ ਦਿੱਤੀ ਗਈ ਹੈ ਜੀ, ਤੇ 20/4 ਨੂੰ ਇਹ ਵਧਾ ਕੇ 2 ਲੱਖ ਕਰੋੜ ਕਰ ਦਿੱਤੀ ਗਈ ਹੈ। ਮਤਲਬ ਇਹ ਸਾਡੇ ਦੇਸ਼ ਦੇ ਵਿੱਚ, ਮੈਂ ਸੋਚਦਾ ਵੀ ਇਹ ਦੂਜੀ ਤੀਜੀ ਵਾਰ ਹੋਇਆ ਅੱਜ ਤੱਕ ਜਦ ਦੇਸ਼ ਯਾਦ ਹੋਇਆ ਹੈਗਾ ਇਸ ਤਰ੍ਹਾਂ ਦੀ ਐਮਰਜੈਂਸੀ। ਕਿਉਂਕਿ ਸਰਕਾਰ ਦੀ ਜਿਹੜੀ ਆਰਥਿਕਤਾ ਹੈਗੀ ਆ, ਸਰਕਾਰ ਨੂੰ ਅੱਗੇ ਰਸਤਾ ਨਹੀਂ ਦਿਖ ਰਿਹਾ ਵੀ ਅਸੀਂ ਕਿੱਧਰ ਨੂੰ ਜਾਣਾ ਹੈਗਾ। ਇਹ ਜਿਹੜੇ ਫੰਡ ਨੇ ਯੂਜ਼ ਕਰ, ਜੇ ਆਰਬੀਆਈ ਦੇ ਕੋਲ ਪੈਸਾ ਜਾਣ ਲੱਗ ਗਿਆ, ਇਸ ਤਰ੍ਹਾਂ ਪੈਸਾ ਇੰਨੇ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਆਰਬੀਆਈ ਕੋਲ ਪੈਸਾ ਨਿਕਲਣ ਲੱਗ ਗਿਆ। ਤੇ ਮੈਂ ਤੁਹਾਨੂੰ ਇੱਕ ਹੋਰ ਬਹੁਤ ਅਹਿਮ ਅੰਕੜਾ ਦੱਸਦਾ, ਜਿਹੜਾ ਬੈਂਕਾਂ ਦਾ ਰਿਜ਼ਰਵ ਪਿਆ ਹੁੰਦਾ ਨਾ, ਬੈਂਕ ਰਿਜ਼ਰਵ ਹੁੰਦਾ, ਜਿਹੜਾ ਬੈਂਕਾਂ ਦਾ ਪੈਸਾ ਅਸੀਂ ਦਿੰਦੇ ਆ, ਉਹ ਆਰਬੀਆਈ ਦੇ ਕੋਲ ਪਿਆ ਹੁੰਦਾ ਜੀ। ਇਹ ਦੇਖੋ ਇਹ 5,81,000 ਕਰੋੜ ਪਿਆ ਸੀਗਾ 24 ਜਨਵਰੀ ਨੂੰ, ਤੇ 10 ਅਪ੍ਰੈਲ ਨੂੰ ਜਿਹੜੀ ਆਰਬੀਆਈ ਦੀ ਬੈਲੈਂਸ ਸ਼ੀਟ ਆਈ ਆ, ਉਹਦੇ 4,35,000 ਕਰੋੜ ਰੁਪਇਆ ਰਹਿ ਗਿਆ ਹੈ। ਤੇ 1,46,000 ਕਰੋੜ ਰੁਪਇਆ ਮਤਲਬ ਬੈਂਕਾਂ ਦੇ ਕੋਲ ਰਿਜ਼ਰਵ ਫੰਡ ਹੈ ਆਰਬੀਆਈ ਦੇ ਕੋਲ, ਬੈਂਕਾਂ ਦਾ, ਉਹ ਘਟ ਗਿਆ। ਬੈਂਕਾਂ ਨੂੰ ਬਹੁਤ ਖਤਰਾ ਹੋ ਜਾਏਗਾ। ਪਿਛਲੇ ਸਮੇਂ 'ਚ ਪੀਐਮਸੀ ਬੈਂਕ ਹੈ, ਜੈਸ ਬੈਂਕ ਹੈ, ਟੁੱਟਣ ਵਾਲੇ ਪਾਸੇ ਜਾ ਰਹੇ ਨੇ, ਜਦੋਂ ਪਹਿਲਾਂ ਬੈਂਕ ਮਰਜ ਕੀਤੇ ਗਏ ਨੇ ਜੀ। ਦੇਖੋ ਪਹਿਲਾਂ ਜਿਹੜੇ ਬੈਂਕ ਸਰਕਾਰ ਨੇ ਪਹਿਲਾਂ ਤਾਂ ਕਿਸੇ ਤਰ੍ਹਾਂ ਬਚਾ ਲਏ, LIC ਤਾਂ ਜਿੰਨਾ ਪੈਸਾ ਚੱਕ ਕੇ ਸਰਕਾਰ ਨੇ ਲਵਾਤਾ, ਜਿਹੜੀ PSU ਸੀ ਉਹਨਾਂ ਨੂੰ ਕਹਿਤਾ ਜਾ ਕੇ ਫੰਡ ਲਾਓ। ਪਰ ਇਹ ਹਰ ਵਾਰ ਨਹੀਂ ਇਸ ਤਰ੍ਹਾਂ ਹੋਣਾ ਹੈਗਾ।
ਜੋ ਇਸ ਤਰ੍ਹਾਂ ਇਹ ਇੱਕ ਬਹੁਤ ਮਤਲਬ ਮੈਂ ਕਹਿ ਸਕਦਾ ਵੀ ਬਹੁਤ ਇੱਕ ਖਤਰਨਾਕ ਸੰਕੇਤ ਹੈ ਸਾਡੇ ਲਈ, ਲੋਕਾਂ ਲਈ, ਵੀ ਇਹ ਦੇਸ਼ ਦੀ ਆਰਥਿਕਤਾ ਕਿੱਧਰ ਨੂੰ ਜਾ ਰਹੀ ਹੈਗੀ ਹੈ, ਇਹਨੂੰ ਕਿਵੇਂ ਬਚਾਇਆ ਜਾਊਗਾ। ਇਹ ਇੱਕ ਬਹੁਤ ਵੱਡਾ ਇੱਕ ਸਵਾਲ ਬਣ ਸਕਦਾ ਸਾਡੇ ਦੇਸ਼ ਦੀ ਸਰਕਾਰ ਲਈ, ਇਹ ਬਣ ਜਾਏਗਾ ਬਹੁਤ ਜਲਦੀ। ਕਿਉਂਕਿ ਬੈਂਕਾਂ ਵਾਲਿਆਂ ਨੇ ਤਾਂ ਹੁਣ ਵੀ ਅਸੀਂ ਦੇਖਦੇ ਹਾਂ ਕਿ ਉਹ ਲਿਖ ਕੇ ਦਿੰਦੇ ਨੇ ਪਾਸਬੁੱਕ ਤੇ ਕਿ ਅਸੀਂ 1 ਲੱਖ ਤੱਕ ਹੀ ਤੁਹਾਨੂੰ ਦੇ ਸਕਦੇ ਹਾਂ, ਜੇ ਬੈਂਕ ਡੁੱਬਦਾ, ਜੇ ਤੁਹਾਡਾ 50 ਲੱਖ ਵੀ ਹੈ ਤਾਂ ਸਿਰਫ 1 ਲੱਖ ਦੇਵਾਂਗੇ। PMC ਬੈਂਕ ਦੇ ਮੂਹਰੇ ਦੇਖਿਆ ਅਸੀਂ ਕਿਵੇਂ ਲਾਈਨਾਂ ਲੱਗੀਆਂ ਲੋਕਾਂ ਦੀਆਂ। ਯੈਸ ਬੈਂਕ ਜਦੋਂ ਪਿੱਛੇ ਜੇ ਡੁੱਬਣ ਦੀ ਕਗਾਰ ਤੇ ਸੀਗਾ, ਉਦੋਂ ਵੀ ਅਸੀਂ ਦੇਖਿਆ। ਇਹ ਤਾਂ ਲੋਕਾਂ ਦੇ ਪੈਸੇ ਨੇ, ਲੱਗਦਾ ਕਿ ਲੋਕਾਂ ਨੂੰ ਹੋਰ ਡਰ ਹੋ ਜਾਏਗਾ ਇਸ ਦੇ ਨਾਲ ਤਾਂ ਕਿ ਅਸੀਂ ਪੈਸੇ ਕਿੱਥੇ ਰੱਖਾਂਗੇ ਜੇ ਸਰਕਾਰ ਨੇ 2 ਲੱਖ ਕਰੋੜ ਰਣਵੀਰ 2 ਲੱਖ ਕਰੋੜ ਰਿਜ਼ਰਵ ਫੰਡ ਲੈ ਲਿਆ ਨਾ ਜੀ, ਇਹ ਇਤਿਹਾਸ ਹੋਇਆ ਇੱਕ ਤਰ੍ਹਾਂ ਦਾ ਜੀ। ਇਹੀ ਇੱਕ ਬਹੁਤ ਵੱਡੀ ਡਰ ਵਾਲੀ ਗੱਲ ਹੈਗੀ ਆ। ਅਸੀਂ ਬਾਕੀ ਗੱਲਾਂ ਘੱਟ ਵਿਚਾਰੀਏ, ਮਤਲਬ ਇਹੀ ਬਹੁਤ ਵੱਡੀ ਗੱਲ ਹੈ ਸਰਕਾਰ ਨੇ ਰਿਜ਼ਰਵ ਫੰਡ ਯੂਜ਼ ਕੀਤਾ ਹੈਗਾ। ਜੇ ਆਰਥਿਕਤਾ ਦਾ ਆਪਾਂ ਦੇਖੀਏ ਦੇਸ਼ ਦਾ ਹਾਲਾਤ, ਉਹ ਬੜੇ ਚਿੰਤਾਜਨਕ ਬਣਦੇ ਜਾ ਰਹੇ ਨੇ ਡੇ ਬਾਏ ਡੇ। ਇੱਕ ਅਸੀਂ ਇਹ ਵੀ ਦੇਖ ਰਹੇ ਹਾਂ, ਪਰ ਪੈਟਰੋਲ ਡੀਜ਼ਲ ਜਿਹੜਾ ਪ੍ਰਤੀ ਬੈਰਲ ਹੈ, ਕਰੂਡ ਆਇਲ ਬਹੁਤ ਸਸਤਾ ਹੋਇਆ ਹੈ, ਰੋਜ਼ ਖਬਰ ਆ ਰਹੀ ਹੈ, ਪਰ ਹਾਲੇ ਦੇਸ਼ ਦੇ ਵਿੱਚ ਕੋਈ ਵੀ ਪੈਟਰੋਲ ਡੀਜ਼ਲ ਘਟਾਉਣ ਦੀ ਗੱਲ ਕਿਤੇ ਨਹੀਂ ਹੋ ਰਹੀ ਹਾਲੇ। ਉਹ ਇਸ ਤਰ੍ਹਾਂ ਹੈਗਾ, ਦੇਖੋ ਇਹਨਾਂ ਕੋਲ ਰਿਜ਼ਰਵ ਪਿਆ ਸੀ, ਜਿਹੜੀ ਨਵੀਂ ਇਹਨਾਂ ਨੂੰ ਜ਼ਰੂਰਤ ਸੀ ਨਾ ਹੋਰ। ਦੇਖੋ ਉੱਥੇ ਅਰਬ ਦੇ ਸ਼ੇਖ ਤੇ ਰਸ਼ੀਅਨ ਰਾਸ਼ਟਰਪਤੀ ਵਿਚਾਲੇ ਗੱਲਬਾਤ ਹੋਈ, ਕਾਫੀ ਉਹਨਾਂ ਨੇ ਆਪਸ ਵਿੱਚ ਤਲਖੀ ਵੀ ਹੋਈ ਉਹਨਾਂ ਦੀ। ਉਹਨਾਂ ਨੇ ਇਹੀ ਕਿਹਾ ਸੀ ਵੀ ਜਿਹੜੀ ਇਹਦੀ ਤੇਲ ਦੀ ਜਿਹੜੀ ਖਪਤ ਘਟ ਗਈ ਹੈ, ਅਸੀਂ ਪ੍ਰੋਡਕਸ਼ਨ ਘਟਾ ਲਿੱਤੀ ਜਾਵੇ। ਹੁਣ ਅਮਰੀਕਾ ਨੇ ਕਿਹਾ ਜੀ ਅਸੀਂ ਅਮਰੀਕਾ ਦੇ ਵਿੱਚ ਕਹਿੰਦੇ ਮਾਈਨਸ 'ਚ ਆ ਗਈ ਪ੍ਰਤੀ ਬੈਰਲ ਰੇਟ। ਇਹੀ ਕਾਰਨ ਹੈ। ਦੇਖੋ ਹੁਣ ਅਸੀਂ ਨਵੀਂ ਪਰਚੇਜ਼ ਨਹੀਂ ਕਰ ਰਹੇ ਹੈਗੇ, ਸਾਡੇ ਕੋਲ ਪਹਿਲਾਂ ਰਿਜ਼ਰਵ ਖਰੀਦਿਆ ਹੋਇਆ, ਹੁਣ ਗੱਡੀਆਂ ਚੱਲਣਗੀਆਂ, ਡਿਮਾਂਡ ਵਧੇਗੀ, ਫਿਰ ਅਸੀਂ ਨਵੀਂ ਖਰੀਦ ਕਰਾਂਗੇ ਉਹਨਾਂ ਤੋਂ, ਫਿਰ ਇਹ ਰੇਟ ਲਾਗੂ ਹੋਏਗਾ ਇੱਥੇ। ਮਤਲਬ ਅਸੀਂ ਕਹਿ ਸਕਦੇ ਹਾਂ ਵੀ ਇੱਥੇ ਘਟਾਉਣ ਵਾਲਾ ਹਜੇ ਉਹ ਸਮਾਂ ਨਹੀਂ ਹੈ। ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ, ਹਾਲੇ ਜਿਹੜਾ ਸਾਡੇ ਕੋਲ ਪੁਰਾਣਾ ਹੀ ਸਟਾਕ ਪਿਆ, ਇਹਦਾ ਮਤਲਬ ਇਹ ਹੋਇਆ ਜੀ। ਹਾਂ, ਜੋ ਪੁਰਾਣਾ ਪਿਆ ਉਹੀ ਪਿਆ ਸਾਡੇ ਕੋਲ। ਜੇ ਨਵੀਂ ਖਰੀਦ ਹੋਏਗੀ ਉਹ ਘੱਟ ਤੇ ਹੋਏਗੀ, ਉਹ ਸਰਕਾਰ ਰੇਟ ਘਟਾਉਂਦੀ ਹੈ, ਨਹੀਂ ਘਟਾਉਂਦੀ, ਮੈਨੂੰ ਲੱਗਦਾ ਨਹੀਂ ਸਰਕਾਰ ਉਦੋਂ ਹੀ ਰੇਟ ਘਟਾਏਗੀ। ਠੀਕ ਹੈ। ਇੱਕ ਹੋਰ ਅਹਿਮ ਸਵਾਲ ਹੈ ਕਿ ਅਸੀਂ ਦੱਸ ਰਹੇ ਸੀਗੇ ਸ਼ੁਰੂ 'ਚ ਕਿ ਪਟਿਆਲਾ 'ਚੋਂ 18 ਕੇਸ ਸਾਹਮਣੇ ਆਏ, ਜਲੰਧਰ 'ਚੋਂ 9 ਕੇਸ ਇੱਕੋ ਦਿਨ ਸਾਹਮਣੇ ਆ ਗਏ। ਤਾਂ ਦੂਜੇ ਪਾਸੇ ਜਿਹੜਾ ਵੱਡਾ ਸਵਾਲ ਹੈ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਸੀ ਆਉਣ ਵਾਲੇ ਦਿਨਾਂ 'ਚ ਸਾਨੂੰ ਢਿੱਲ ਦੇਣੀ ਪਵੇਗੀ। ਹੁਸ਼ਿਆਰਪੁਰ ਦੇ ਵਿੱਚ ਕਾਫੀ ਢਿੱਲ ਦੇ ਵੀ ਦਿੱਤੀ ਗਈ ਹੈ ਡਿਪਟੀ ਕਮਿਸ਼ਨਰਾਂ ਦੇ ਵੱਲੋਂ, ਤੇ ਇਹ ਹੋਰ ਲੱਗਦਾ ਕਿ ਖਤਰਨਾਕ ਵੀ ਹੋ ਸਕਦਾ ਜੇ ਇੰਨੇ ਦਿਨਾਂ ਦੇ ਵਿੱਚ 24 ਘੰਟਿਆਂ ਦੇ ਵਿੱਚ ਤੁਸੀਂ ਦੇਖੋ ਕਿ 30 ਦੇ ਕਰੀਬ ਕੇਸ ਆ ਗਏ ਨੇ। ਉਹ ਤਾਂ ਸਰਕਾਰ ਪਹਿਲੇ ਦੇਖੋ ਰਣਵੀਰ, ਹੁਣ ਤਾਂ ਜੋ ਲੋਕਾਂ ਨੂੰ ਆਪਣੀ ਸੁਰੱਖਿਆ ਕਰਨੀ ਪੈਣੀ ਹੈ, ਸੋਸ਼ਲ ਡਿਸਟੈਂਸ ਰੱਖਣਾ ਪੈਣਾ ਹੈ, ਤੇ ਇਹ ਸਭ ਤੋਂ ਇੱਕੋ ਇੱਕ ਇਲਾਜ ਇਹਦਾ ਹੈਗਾ। ਕੇਸ ਤਾਂ ਹੁਣ ਵੱਧਦੇ ਹੀ ਰਹਿਣੇ। ਸਰਕਾਰ ਨੇ 3 ਨੂੰ ਖੋਲ ਦੇਣਾ, ਜੇ ਸਰਕਾਰ ਨੇ ਨਾ ਖੋਲਿਆ, ਸਰਕਾਰ ਦੀ ਜਿਹੜੀ ਆਰਥਿਕਤਾ ਉਹ ਮੁੱਦੇ ਮੁ ਗਿਰ ਜਾਣੀ ਹੈ, ਤੇ ਇੱਥੇ ਹਾਹਾਕਾਰ ਮਚ ਜਾਣੀ ਹੈ ਪੂਰੇ ਸੂਬੇ ਦੇ ਵਿੱਚ, ਪੂਰੇ ਸੂਬੇ ਕੀ ਪੂਰੇ ਦੇਸ਼ ਦੇ ਵਿੱਚ। ਇਹ ਤਾਂ ਸਰਕਾਰ ਨੇ ਹੁਣ ਖੋਲ ਹੀ ਦੇਣਾ ਹੈਗਾ। ਹੁਣ ਇਹਨਾਂ ਬਿਮਾਰੀ ਕਿੰਨੀ ਵਧੇਗੀ, ਉਹਦੇ ਕਿਹੋ ਜਿਹਾ ਸਮਾਜ ਤੇ ਉਹਦਾ ਫੈਲਾਅ ਹੋਊਗਾ, ਕਿੰਨੀ ਤੇਜ਼ੀ ਨਾਲ ਫੈਲਾਅ ਹੋਊਗਾ, ਕਿੰਨਾ ਸਾਡਾ ਸਮਾਜ ਉਹਨਾਂ ਪ੍ਰਭਾਵਿਤ ਹੋਊਗਾ, ਕਿੰਨਾ ਸਾਡਾ ਹੈਲਥ ਸਿਸਟਮ ਆ, ਜਿਹੜੀ ਸਾਡੇ ਸਿਹਤ ਸਾਧਨ ਨੇ ਜਾਂ ਸਿਹਤ ਸੁਵਿਧਾਵਾਂ ਨੇ ਸਾਡੀਆਂ, ਕਿੰਨੀਆਂ ਇਹਦੇ ਨਾਲ ਉਹਨਾਂ ਤੇ ਪ੍ਰਭਾਵ ਪਵੇਗਾ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸ ਪਾਊਗਾ ਵੀ ਇਹ ਕਿਸ ਤਰ੍ਹਾਂ ਦੇ ਨਤੀਜੇ ਲੋਕਾਂ ਸਾਡੇ ਸਮਾਜ ਵਿੱਚ, ਕਿਸ ਤਰ੍ਹਾਂ ਨਤੀਜੇ ਇਹ ਖੋਲਦੇ ਲੋਕਾਂ ਨੂੰ ਫੇਸ ਕਰਨੇ ਪੈਣਗੇ। ਰਾਜਦੀਪ ਜੀ, ਇੱਕ ਹੋਰ ਸਾਡੇ ਸਾਹਮਣੇ ਅੱਜ ਹੀ ਖਬਰ ਆਈ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਪੈਨਸ਼ਨਰ ਨੇ ਅਤੇ ਜਿਹੜੇ ਮੁਲਾਜ਼ਮ ਨੇ, ਕੇਂਦਰੀ ਮੁਲਾਜ਼ਮ ਨੇ, ਉਹਨਾਂ ਦਾ ਜਿਹੜਾ DA ਦੀ ਕਿਸ਼ਤ ਵਧਾ ਕੇ ਦੇਣੀ ਸੀਗੀ, ਉਹ ਤੇ ਕਟੌਤੀ ਲਾ ਦਿੱਤੀ ਗਈ ਹੈ। ਤੇ ਇਹ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਜੇ ਇਸੇ ਤਰ੍ਹਾਂ ਦਾ ਹਾਲ ਰਿਹਾ ਤਾਂ ਹੋਰ ਵੀ ਕੁਝ ਕਟੌਤੀਆਂ ਹੋ ਸਕਦੀਆਂ ਨੇ। ਜਿਵੇਂ ਹੁਣ ਇਹ ਕਟੌਤੀ ਇੱਕ ਤਰ੍ਹਾਂ ਦੇ ਨਾਲ ਹੋ ਗਈ ਹੈ, ਤਾਂ ਇਹ ਮੁਲਾਜ਼ਮਾਂ ਤੇ ਭਾਰੀ ਪਵੇਗੀ। ਦੇਖੋ, ਜਦ ਸਰਕਾਰ ਨੇ ਰਿਜ਼ਰਵ ਫੰਡ 2 ਲੱਖ ਕਰੋੜ ਲੈ ਲਿਆ ਨਾ, ਇਹ ਚੀਜ਼ਾਂ ਤਾਂ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਵਿਚਾਰਨ ਯੋਗ ਹੀ ਨਹੀਂ ਹੈਗੀਆਂ ਵੀ ਸਰਕਾਰ ਨੇ ਵਾਪਸ ਲੈ ਲਿਆ। ਉਹ ਇੱਕ ਬਹੁਤ ਵੱਡੀ ਮਤਲਬ ਮੰਦੀ ਦੇ ਵਿੱਚ ਸਰਕਾਰ ਨੂੰ ਇਹ ਸਟੈਪ ਲੈਣਾ ਪਿਆ। ਉਹਨਾਂ ਦੇ ਆਰਥਿਕ ਹਾਲਾਤ ਇੰਨੇ ਪਤਲੇ ਹੋ ਗਏ ਕਿ ਸਰਕਾਰ ਇਸ ਤੋਂ ਬਿਨਾਂ ਬਚ ਨਹੀਂ ਸਕਦੀ ਸੀਗੀ। ਬਸ ਆਹ ਚੀਜ਼ ਤਾਂ ਬਹੁਤ ਛੋਟੀ ਹੈ। DA ਦੀ ਗੱਲ ਕਰਦੇ ਪਏ ਆ, ਉਹ ਜਿਸ ਤਰ੍ਹਾਂ ਦੇ ਰਿਜ਼ਰਵ ਫੰਡ ਯੂਜ਼ ਕੀਤੇ ਨੇ, ਉਹਨਾਂ ਹਾਲਾਤ ਸਾਹਮਣੇ ਆ ਰਹੇ ਨੇ। ਇਹ ਤਾਂ ਅਸੀਂ ਬਾਅਦ ਚ ਵਿਚਾਰਨ, ਸੈਕੰਡਰੀ ਮੈਨੂੰ ਲੱਗਦਾ ਇਹ ਗੱਲ ਹੈਗੀ ਆ। ਤੇ ਮੈਂ ਇੱਕ ਗੱਲ ਰਣਵੀਰ ਹੋਰ ਕਰੂੰਗਾ ਕਰਨੇ ਜਾਂਦੇ। ਦੇਖੋ, ਅਸੀਂ ਅੱਜ ਕਰੋਨਾ ਦੀ ਗੱਲ ਕਰੀ ਜਾ ਰਹੇ ਹਾਂ, ਠੀਕ ਹੈ। ਮੈਂ 2019 ਦਾ ਅੰਕੜਾ ਪੜ੍ਹਿਆ ਸੀ, ਕੁਪੋਸ਼ਣ ਦੇ ਨਾਲ ਸਾਡੇ ਦੇਸ਼ ਦੇ ਵਿੱਚ ਪਿਛਲੇ ਸਾਲ 8 ਲੱਖ ਬੱਚਾ ਮਰਿਆ। ਉਹਦੇ ਚ ਜਿਵੇਂ ਕਿ ਉਹਨਾਂ ਨੂੰ ਪ੍ਰੋਪਰ ਫੂਡ ਨਾ ਮਿਲਣਾ, ਭੋਜਨ ਦੇ ਪ੍ਰਬੰਧ ਪ੍ਰੋਪਰ ਨਾ ਹੋਣੇ, ਸਫਾਈ ਦੇ ਪ੍ਰਬੰਧ ਨਾ ਹੋਣੇ, 8 ਲੱਖ ਬੱਚਾ ਸਾਡਾ ਪਿਛਲੇ ਸਾਲ ਮਰਿਆ ਹੈਗਾ ਕੁਪੋਸ਼ਣ ਦੇ ਨਾਲ। ਵੀ ਅਸੀਂ ਇਹ ਮੰਨਦੇ ਹਾਂ ਵੀ ਸਾਡੇ ਦੇਸ਼ ਦੇ ਵਿੱਚ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਮਹਾਂਮਾਰੀਆਂ ਨੇ। ਕਰੋਨਾ ਨਾਲ ਮੌਤਾਂ ਬਹੁਤ ਥੋੜੀਆਂ ਹੋਈਆਂ ਨੇ, ਇਹ ਵੀ ਇਸ ਤਰ੍ਹਾਂ ਦੀ ਮਹਾਂਮਾਰੀਆਂ ਵੀ ਨੇ। ਇਹਨਾਂ ਬਾਰੇ ਵੀ ਸਾਨੂੰ ਸੋਚਣਾ ਪੈਣਾ ਹੈਗਾ, ਕਿਉਂਕਿ ਇਹ ਵੀ ਸਾਡੇ ਸਮਾਜ ਦੇ ਉੱਪਰ ਬਹੁਤ ਵੱਡਾ ਇੱਕ ਤਰ੍ਹਾਂ ਦਾ, ਤੁਸੀਂ ਕਹਿ ਸਕਦੇ ਹੋ, ਸਾਡੇ ਦੇਸ਼ ਦੇ ਉੱਪਰ, ਸਾਡੇ ਸਮਾਜ ਦੇ ਉੱਪਰ ਇਹਨਾਂ ਦਾ ਵੀ ਬਹੁਤ ਵੱਡਾ ਖਤਰਾ ਹੈ। ਇਸ ਤਰ੍ਹਾਂ ਦੀਆਂ ਬਿਮਾਰੀਆਂ ਦਾ, ਜਿਹੜੀਆਂ ਕਿ ਹਜੇ ਤੱਕ ਕਿਸੇ ਨੇ ਵਿਚਾਰੀਆਂ ਹੀ ਨਹੀਂ ਹੈਗੀਆਂ। ਸਾਨੂੰ ਜ਼ਰੂਰਤ ਹੈਗੀ ਆ ਦੇਸ਼ ਨੂੰ, ਇੱਕ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਨੇ ਵੀ ਨਵੇਂ ਸਿਰੇ ਤੋਂ ਬਣਾਉਣ ਦੀ ਲੋੜ ਪਏਗੀ। ਮੈਨੂੰ ਲੱਗਦਾ ਜਦੋਂ ਦੇਸ਼ ਨੂੰ ਨਵੇਂ ਸਿਰੇ ਬਣਾਉਣ ਬਾਰੇ ਵਿਚਾਰ ਕੀਤਾ
ਕੀਤਾ ਜਾਊਗਾ ਜੀ ਤੇ ਉਹ ਚ ਹਰ ਪੱਖ ਵਿਚਾਰਿਆ ਜਾਣਾ ਚਾਹੀਦਾ, ਜੀ ਕੱਲਾ ਕਰੋਨਾ ਹੀ ਵਿਚਾਰਿਆ ਨਹੀਂ ਜਾਣਾ ਚਾਹੀਦਾ, ਹੋਰ ਵੀ ਬਹੁਤ ਸਾਰੇ ਪੱਖ ਨੇ ਲੋਕਾਂ ਦੇ, ਜੀ ਉਹ ਵੀ ਵਿਚਾਰੇ ਜਾਣੇ ਚਾਹੀਦੇ, ਮੈਂ ਇਹ ਸੋਚਦਾ। ਬਿਲਕੁਲ, ਬਹੁਤ ਧੰਨਵਾਦ ਰਾਜਦੀਪ ਬੈਨੀਪਾਲ ਜੀ ਗੱਲਬਾਤ ਕਰਨ ਦੇ ਲਈ। ਸੋ ਵਾਕਈ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਤੇ ਇਹਨਾਂ ਸਮੱਸਿਆਵਾਂ ਨਾਲ ਨਜਿੱਠਣ ਦੇ ਲਈ ਬਹੁਤ ਕੁਝ ਚੇਂਜ ਕਰਨਾ ਪਵੇਗਾ, ਬਹੁਤ ਕੁਝ ਨਵੇਂ ਫੈਸਲੇ ਲੈਣੇ ਪੈਣਗੇ, ਪਰ ਉਹਦੇ ਵਿੱਚ ਨੀਅਤ ਜਿਹੜੀ ਸਰਕਾਰਾਂ ਦੀ ਉਹ ਸਾਫ਼ ਹੋਣੀ ਚਾਹੀਦੀ ਹੈ। ਫਿਲਹਾਲ ਇਸ ਪੇਸ਼ਕਸ਼ ਚੰਨਾ ਹੀ, ਸਾਨੂੰ ਦਿਓ ਇਜਾਜ਼ਤ, ਧੰਨਵਾਦ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।